ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਪ੍ਰੋਗਰਾਮ ਵਿੱਚ ਕੁਝ ਅਹਿਮ ਖਬਰਾਂ ਤੇ ਕੁਝ ਜਾਣਕਾਰੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਸਭ ਤੋਂ ਪਹਿਲੀ ਅਤੇ ਅਹਿਮ ਜਾਣਕਾਰੀ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ 5 ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ। ਉਸ ਮੀਟਿੰਗ ਵਿੱਚ ਇੱਕ ਨਹੀਂ ਕਈ ਫੈਸਲੇ ਕਰ ਦਿੱਤੇ ਗਏ ਹੈ। ਉਹਨਾਂ ਦੇ ਵਿੱਚ ਸਭ ਤੋਂ ਅਹਿਮ ਫੈਸਲਾ ਜਿਸ ਦੀ ਚਾਰ ਚੁਫੇਰੇ ਚਰਚਾ ਹੋ ਰਹੀ ਹੈ, ਉਹ ਸ਼੍ਰੀ ਅਕਾਲ ਤਖਤ ਸਾਹਿਬ ਨੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਖਿਲਾਫ ਜਿਹੜਾ ਡਿਸੀਜਨ ਲਿਆ, ਜਿਹੜਾ ਫੈਸਲਾ ਲਿਆ, ਉਹਦੀ ਗੱਲਬਾਤ ਕਰਾਂਗੇ। ਅਤੇ ਇਸ ਫੈਸਲੇ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਕੀ ਪ੍ਰਤੀਕਿਰਿਆ ਦਿੱਤੀ ਹੈ, ਉਹਦੀ ਗੱਲਬਾਤ ਕਰਾਂਗੇ। ਸ਼੍ਰੀ ਅਕਾਲ ਤਖਤ ਸਾਹਿਬ ਤੇ ਇਸੇ ਮੀਟਿੰਗ ਵਿੱਚ ਸੁੱਚਾ ਸਿੰਘ ਲੰਗਾਹ ਦੇ ਬਾਬਤ ਗੱਲਬਾਤ ਹੋਈ ਹੈ, ਉਹਦੀ ਗੱਲਬਾਤ ਕਰਾਂਗੇ। ਇਸੇ ਮੀਟਿੰਗ ਦੇ ਵਿੱਚ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਬਾਬਤ ਗੱਲਬਾਤ ਹੋਈ ਹੈ, ਉਹਦੀ ਵੀ ਗੱਲਬਾਤ ਕਰਾਂਗੇ। ਇਸੇ ਹੀ ਮੀਟਿੰਗ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਗੁੰਮ ਸਨ, ਉਹਦੇ ਬਾਬਤ ਕੁਝ ਨਵੇਂ ਖੁਲਾਸੇ ਹੋਏ ਨੇ, ਉਹਦੀ ਵੀ ਗੱਲਬਾਤ ਕਰਾਂਗੇ। ਇਹਦੇ ਨਾਲ ਨਾਲ ਕੇਂਦਰ ਦੇ ਵਿੱਚ ਜਿਹੜੀ ਵੱਡੀ ਪਾਰਟੀ, ਸਭ ਤੋਂ ਪੁਰਾਣੀ ਪਾਰਟੀ ਆਖੀ ਜਾ ਸਕਦੀ ਹੈ ਭਾਰਤ ਦੀ, ਕਾਂਗਰਸ ਪਾਰਟੀ, ਉਹਨਾਂ ਦੀ ਇੱਕ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਸੋਨੀਆ ਗਾਂਧੀ ਕੀ ਦੁਬਾਰਾ ਫਿਰ ਅੰਤਰਿਮ ਪ੍ਰਧਾਨ ਬਣੇ ਰਹਿਣਗੇ? ਕੀ ਧੜੇਬਾਜ਼ੀ ਉਹਦੇ ਵਿੱਚ ਖੁੱਲ੍ਹ ਕੇ ਸਾਹਮਣੇ ਆਈ? ਜਿੱਥੇ ਇਹ ਸਾਰੀਆਂ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਵਿਚਾਰਨੀਆਂ ਨੇ, ਉੱਥੇ ਇੱਕ ਖੱਤ ਪਹੁੰਚਿਆ, ਇੱਕ ਚਿੱਠੀ ਪਹੁੰਚੀ ਛਾਉਣੀ, ਦਿੱਲੀ ਛਾਉਣੀ ਤੋਂ। ਇੱਕ ਕੌਂਸਲਰ ਨੇ ਖੂਨ ਨਾਲ ਲਿਖ ਕੇ ਖੱਤ ਭੇਜਿਆ, ਤੇ ਖੱਤ 'ਚ ਕੀ ਲਿਖਿਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਤੇ ਇੱਧਰੋਂ ਖਬਰ ਮਿਲ ਰਹੀ ਹੈ ਇੱਕ, ਉਹ ਇੰਡੋਨੇਸ਼ੀਆ ਵਾਲੇ ਪਾਸੇ। ਇੰਡੋਨੇਸ਼ੀਆ ਦੇ ਵਿੱਚ ਇੱਕ 12 ਕੁ ਵਰ੍ਹਿਆਂ ਦੀ ਧੀ, ਇੱਕ ਬੱਚੀ, ਉਸ ਦੀ ਹਸਪਤਾਲ ਵਿੱਚ ਮੌਤ ਹੋਈ ਤੇ ਬਾਅਦ ਦੇ ਵਿੱਚ ਜਿੰਦਾ ਹੋ ਗਈ। ਉਹ ਆਪਣੇ ਆਪ ਦੇ ਵਿੱਚ ਇੱਕ ਅਜੀਬ ਖਬਰ ਹੈ। ਤੇ ਫਿਰ ਇੱਕ ਖਬਰ ਮੁੰਬਈ ਤੋਂ ਮਿਲ ਰਹੀ ਹੈ। ਚੋਰੀ ਹੋਈ ਚੀਜ਼ ਪਹਿਲੀ ਗੱਲ ਤਾਂ ਮਿਲਦੀ ਨਹੀਂ, ਜੇ ਮਿਲੇ ਵੀ ਉਹ 25-27 ਵਰ੍ਹਿਆਂ ਬਾਅਦ, ਇਹ ਆਪਣੇ ਆਪ ਦੇ ਵਿੱਚ ਅਜੀਬ ਗੱਲ ਹੈ। ਇਹ ਕੁਝ ਇੱਕ ਹੈਰਾਨੀਜਨਕ ਖਬਰਾਂ ਤੇ ਇਹਨਾਂ ਦੀਆਂ ਅਪਡੇਟਸ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਆਓ ਇੱਕ ਇੱਕ ਕਰਕੇ ਇਹਨਾਂ ਖਬਰਾਂ ਦਾ ਵਿਸਥਾਰ ਤੇ ਬਿਊਰਾ ਤੁਹਾਡੇ ਨਾਲ ਸਾਂਝਾ ਕਰਾਂ। ਪਰ ਇਸ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਕਿ ਜੇਕਰ ਤੁਸੀਂ ਹਾਲੇ ਤੱਕ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਜ਼ਰੂਰ ਕਰ ਲਿਓ। ਨਾਲ ਤੁਸੀਂ ਬਟਨ ਉਹ ਵੀ ਨੱਪਣਾ ਜਿੱਥੇ ਤੁਹਾਡੀ ਘੰਟੀ ਹੈ, ਘੰਟੀ ਵਾਲਾ ਬਟਨ, ਤਾਂ ਕਿ ਤੁਹਾਨੂੰ ਪਤਾ ਲੱਗੇ ਕੋਈ ਨਵਾਂ ਵੀਡੀਓ ਅਪਲੋਡ ਕਰ ਦਿੱਤਾ ਗਿਆ। ਤੇ ਜੇਕਰ ਫਿਰ ਇਹ ਇਨਫੋਰਮੇਸ਼ਨ, ਇਹ ਖਬਰਾਂ, ਇਹ ਜਾਣਕਾਰੀਆਂ ਚੰਗੀਆਂ ਲੱਗੀਆਂ ਤਾਂ ਲਾਈਕ ਅਤੇ ਸ਼ੇਅਰ ਵਾਲਾ ਬਟਨ ਦਬਾਉਣਾ ਨਾ ਭੁੱਲਿਓ। ਇਹ ਕੁਝ ਇੱਕ ਬੇਨਤੀਆਂ ਨੇ। ਇਹਦੇ ਨਾਲ ਹੀ ਕੈਨੇਡਾ ਵਿੱਚ ਕਿਵੇਂ ਆਇਆ ਜਾ ਸਕਦਾ? ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋਣ ਤੋਂ ਕਿਵੇਂ ਬਚਿਆ ਜਾ ਸਕਦਾ? ਜੇਕਰ ਤੁਸੀਂ ਸਪਾਊਸ ਨੂੰ ਆਪਣੇ ਨੂੰ ਸੱਦਣਾ ਸੀ, ਤੁਸੀਂ ਇੱਥੇ ਵਿਦਿਆਰਥੀ ਵੀਜ਼ੇ 'ਤੇ ਹੋ, ਵਰਕ ਪਰਮਿਟ 'ਤੇ ਹੋ, ਜਾਂ ਵਿਆਹ ਕਰਵਾ ਕੇ ਆਏ ਸੀ, ਤੁਹਾਡੇ ਸਪਾਊਸ ਦਾ ਵੀਜ਼ਾ ਰਿਫਿਊਜ਼ ਕਰ ਦਿੱਤਾ ਗਿਆ। ਰਿਫਿਊਜ਼ਲ ਦੇ ਕਾਰਨ ਕੀ ਬਣਦੇ ਨੇ? ਜਿਹੜੇ ਵਿਦਿਆਰਥੀ ਇਸ ਵਕਤ ਵੀਜ਼ਾ ਤਾਂ ਉਹਨਾਂ ਨੂੰ ਮਿਲ ਗਿਆ ਪਰ ਹਾਲੇ ਕੈਨੇਡਾ ਨਹੀਂ ਆ ਸਕਦੇ, ਕੀ ਉਹਨਾਂ ਨੂੰ ਔਨਲਾਈਨ ਪੰਜਾਬ ਦੇ ਵਿੱਚ ਬਹਿ ਕੇ ਪੜ੍ਹਾਈ ਕਰ ਲੈਣੀ ਚਾਹੀਦੀ ਹੈ? ਉਹਦੇ ਕੀ ਫਾਇਦੇ ਤੇ ਕੀ ਨੁਕਸਾਨ ਹੋ ਸਕਦੇ ਨੇ? ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਐਨ ਵਿਸਥਾਰ ਨਾਲ ਵਰਣਨ ਹੈ। ਹੋ ਸਕਦਾ ਕਿ ਤੁਹਾਡੇ ਇਹ ਗੱਲਾਂ ਕੰਮ ਆ ਜਾਣ। ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਕਿਸੇ ਇਸ ਤਰ੍ਹਾਂ ਦਾ ਵਿਅਕਤੀ ਹੈ ਕਿ ਕਿਸ ਦਾ ਵੀਜ਼ਾ ਰਿਫਿਊਜ਼ ਹੋਇਆ, ਦੁਬਾਰਾ ਫਾਈਲ ਲਾਉਣੀ ਹੈ, ਕਿਹੜੀਆਂ ਗੱਲਾਂ ਦਾ ਉਹ ਚੇਚੇ ਤੌਰ 'ਤੇ ਧਿਆਨ ਰੱਖੇ, ਤਾਂ ਉਹਨਾਂ ਨੂੰ ਇਹ ਵੀਡੀਓ ਦਾ ਲਿੰਕ ਜ਼ਰੂਰ ਪੁੱਜਦਾ ਕਰ ਦਿਓ, ਤਾਂ ਕਿ ਕਿਸੇ ਦਾ ਭਲਾ ਜਾਂ ਭਲਾਈ ਹੋ ਸਕੇ। ਤੇ ਆਓ ਅੱਜ ਦੀਆਂ ਖਬਰਾਂ 'ਤੇ ਚਰਚਾ ਕਰਦੇ ਹਾਂ। ਸਭ ਤੋਂ ਪਹਿਲੀ ਅਹਿਮ ਤੇ ਵੱਡੀ ਖਬਰ ਇਹੀ ਹੈ ਕਿ ਸਿੱਖ ਪੰਥ ਬੜੀ ਦੁਬਿਧਾ ਦੇ ਵਿੱਚ ਹੈ। ਇੱਕ ਕਾਰ ਨੂੰ ਲੈ ਕੇ ਨਹੀਂ, ਬਹੁਤ ਸਾਰੇ ਕਾਰਨ ਨੇ। ਹਾਲੇ ਤੱਕ ਸਾਡੇ ਕੋਲੋਂ ਇਹੀ ਮਸਲਾ ਹੱਲ ਨਹੀਂ ਹੋ ਸਕਿਆ ਕਿ ਗੁਰਪੁਰਬ ਅਸੀਂ ਕਿਹੜੀ ਤਰੀਕ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਮਨਾਉਣਾ ਹੈ, ਕਿਹੜੀ ਤਰੀਕ ਨੂੰ ਅਸੀਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣਾ ਹੈ। ਪਾਲ ਸਿੰਘ ਪੁਰੇਵਾਲ ਹੋਰਾਂ ਨੇ ਜ਼ਿੰਦਗੀ ਦੇ ਬਹੁਤ ਕੀਮਤੀ ਵਰ੍ਹੇ ਲਾ ਕੇ ਨਾਨਕ ਸ਼ਾਹੀ ਕੈਲੰਡਰ ਤਿਆਰ ਕੀਤਾ, ਲਾਗੂ ਵੀ ਕਰ ਦਿੱਤਾ, ਬਾਅਦ ਦੇ ਵਿੱਚ ਸੋਧਾਂ ਵੀ ਕਰ ਦਿੱਤੀਆਂ। ਪਤਾ ਹੀ ਨਹੀਂ ਲੱਗਦਾ ਕਿ ਅਸੀਂ ਜਨਮ ਦਿਨ, ਅਸੀਂ ਜਿਹੜੇ ਗੁਰਪੁਰਬ ਨੇ, ਮਨਾਈਏ ਤੇ ਕਿਵੇਂ ਮਨਾਈਏ। ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਦਿਨ ਭੋਗ ਪੈ ਰਿਹਾ ਹੁੰਦਾ, ਕਿਸੇ 'ਚ ਕਿਸੇ ਦਿਨ ਪ੍ਰਕਾਸ਼ ਹੋ ਰਿਹਾ ਹੁੰਦਾ। ਕੌਮ ਬੜੀ ਦੁਬਿਧਾ ਵਿੱਚ ਹੈ। ਮਿਲ ਕੇ ਬੈਠ ਕੇ ਸਿਰ ਜੋੜ ਕੇ ਮਸਲੇ ਤਾਂ ਵਿਚਾਰਨੇ ਪੈਣਗੇ, ਮਸਲਿਆਂ ਨੂੰ ਪਿੱਠ ਨਹੀਂ ਦਿਖਾਈ ਜਾ ਸਕਦੀ। ਹੁਣ 10ਮ ਗ੍ਰੰਥ ਵਾਲਾ ਮੁੱਦਾ ਵੀ ਲਗਭਗ ਇਸੇ ਤਰ੍ਹਾਂ ਦਾ ਮੁੱਦਾ ਹੈ। ਕਈ ਪ੍ਰਚਾਰਕ ਉਹਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਨੇ,
ਕਈ ਸੰਪਰਦਾਵਾਂ ਹੱਕ ਵਿੱਚ ਭੁਗਤ ਰਹੀਆਂ ਨੇ ਤੇ ਕਈ ਸੰਪਰਦਾਵਾਂ ਉਸ ਦੀ ਵਿਰੋਧਤਾ ਕਰ ਰਹੀਆਂ ਨੇ। ਇੱਕ ਆਮ ਸਿੱਖ ਜਿਸ ਦੀ ਆਸਥ ਹੈ ਉਹ ਜਾਵੇ ਤਾਂ ਜਾਵੇ ਕਿੱਥੇ? ਕੀ ਉਹ ਮੰਨੇ? ਕੀ ਉਹ ਤੋਂ ਆਕੀ ਹੋ ਜਾਏ? ਕੀ ਉਹ ਤੋਂ ਬਾਗੀ ਹੋ ਜਾਏ? ਕਿਸੇ ਨਾ ਕਿਸੇ ਸੁਪਰੀਮ ਪਾਵਰ ਨੂੰ ਉਹਦੇ ਤੇ ਸਪਸ਼ਟ ਫੈਸਲੇ ਦੇਣੇ ਪੈਣਗੇ। ਮੰਨਿਆ ਜਾਵੇ, ਨਾ ਮੰਨਿਆ ਜਾਵੇ, ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਜਾਂ ਨਹੀਂ ਹੈ। ਹੁਣ ਬੀਤੇ ਦਿਨੀ ਗਿਆਨੀ ਇਕਬਾਲ ਸਿੰਘ ਨੇ ਵੀ ਤਾਂ ਇਹੋ ਹੀ ਆਖਿਆ ਤੇ ਨਾਲ ਹਵਾਲਾ ਵੀ ਬਹੁਤ ਸਾਰੇ ਲੋਕ ਉਹਦਾ ਦੇ ਰਹੇ ਨੇ ਕਿ ਦਸਮ ਗ੍ਰੰਥ 'ਚ ਲਿਖਿਆ ਹੋਇਆ ਜੇ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਫਿਰ ਸਾਨੂੰ ਮੰਨਣਾ ਪਊ। ਜੇ ਉਹ ਬਾਣੀ ਨਹੀਂ ਫਿਰ ਅਸੀਂ ਉਸ ਦੀ ਡਟ ਕੇ ਵਿਰੋਧਤਾ ਕਰੀਏ, ਕਿਉਂਕਿ ਸਾਡੇ ਕੋਲ ਇੱਕ ਐਨ ਸਿੱਧੀ ਲਕੀਰ ਤੇ ਹੋਵੇ, ਸਾਨੂੰ ਪਤਾ ਤੇ ਹੋਵੇ ਅਸੀਂ ਇੱਧਰਲੇ ਪਾਸੇ ਖੜਨਾ ਜਾਂ ਅਸੀਂ ਇੱਧਰਲੇ ਪਾਸੇ ਖੜਨਾ। ਹੁਣ ਉਹਨੇ ਕਹਿਤਾ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਭੂਮੀ ਦੇ ਸਥਾਨ ਤੇ ਜਦ ਭੂਮੀ ਪੂਜਨ ਹੋ ਰਿਹਾ ਸੀ ਕਿ ਸਿੱਖ ਲਵ ਕੁਸ਼ ਦੀ ਔਲਾਦ ਨੇ। ਸ਼੍ਰੀ ਅਕਾਲ ਤਖਤ ਸਾਹਿਬ ਤੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਚਿੱਠੀਆਂ ਪਾਈਆਂ ਕਿ ਫੈਸਲਾ ਕਰੋ। ਜਿਹੜੇ ਸਰਬੱਤ ਖਾਲਸਾ ਦੇ ਵਿੱਚ ਜਥੇਦਾਰ ਥਾਪੇ ਗਏ ਸੀ ਧਿਆਨ ਸਿੰਘ ਮੰਡ ਹੋਰਾਂ ਨੇ ਪਹਿਲਾਂ ਆਖਿਆ ਕਿ ਭਾਈ 15 ਦਿਨ ਦਿੱਤੇ ਨੇ, 20 ਅਗਸਤ ਨੂੰ ਆ ਕੇ ਪੇਸ਼ ਹੋਵੋ, ਨਹੀਂ ਹੋਏ ਉਹਨਾਂ ਨੇ ਕਹਿ ਦਿੱਤਾ ਕਿ ਇਹਨਾਂ ਨੂੰ ਪੰਥ ਚੋਂ ਖਾਰਜ ਕਰ ਦਿੱਤਾ ਗਿਆ। ਕੋਈ ਵਿਅਕਤੀ ਰੋਟੀ ਬੇਟੀ ਦੀ ਸਮਾਜਿਕ ਸਾਂਝ ਇਹਦੇ ਨਾਲ ਰੱਖੇ ਨਾ। ਇਹ ਆਪਣੇ ਨਾਮ ਨਾਲ ਜਥੇਦਾਰ ਨਹੀਂ ਲਾ ਸਕਦਾ, ਇਹ ਆਪਣੇ ਨਾਲ ਗਿਆਨੀ ਨਹੀਂ ਲਾ ਸਕਦਾ, ਇਹ ਆਪਣੇ ਨਾਲ ਸਿੰਘ ਨਹੀਂ ਲਾ ਸਕਦਾ। ਹੁਣ ਦੂਸਰੇ ਪਾਸੇ ਜਦੋਂ ਅੱਜ ਦੀ ਮੀਟਿੰਗ ਹੋਈ, ਉਸ ਮੀਟਿੰਗ ਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ 5 ਸਿੰਘ ਸਾਹਿਬਾਨ ਜਿਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਨ, ਉਹ ਕਹਿੰਦੇ ਅਸੀਂ ਗਿਆਨੀ ਇਕਬਾਲ ਸਿੰਘ ਦੀ ਇਸ ਆਖੀ ਗੱਲ ਨਾਲ ਅਸਹਿਮਤੀ ਪ੍ਰਗਟਾਉਂਦੇ ਹਾਂ। ਕਿ ਇੰਨਾ ਕਹਿ ਕੇ ਸਰ ਜਾਏਗਾ ਕਿ ਅਸਹਿਮਤੀ ਪ੍ਰਗਟਾਉਂਦੇ ਹਾਂ? ਜੇ ਫਿਰ ਥੋੜੀ ਸਹਿਮਤੀ ਨਹੀਂ ਤੇ ਸਾਨੂੰ ਦੱਸਿਆ ਵੀ ਜਾਵੇ, ਕੌਮ ਨੂੰ ਦੱਸਿਆ ਜਾਵੇ ਕਿ ਦਸਮ ਗ੍ਰੰਥ ਨੂੰ ਮੰਨਣਾ ਹੈ, ਕਿ ਜੋ ਉਹਦੇ 'ਚ ਲਿਖਿਆ ਸਾਰਾ ਗਲਤ ਹੈ, ਕਿ ਉਹ ਗੁਰੂ ਗੋਬਿੰਦ ਸਿੰਘ ਦੀ ਸੱਚੀ ਮੁੱਚੀ ਰਚਨਾ ਹੈ ਜਾਂ ਨਹੀਂ। ਕਿਉਂਕਿ ਦੁਬਿਧਾ ਉਹ ਪਾਸੇ ਤਾਂ ਹੋਣੀ ਚਾਹੀਦੀ ਹੈ। ਇਹ ਸਿਰਫ ਇੰਨੀ ਗੱਲ ਨਾਲ ਗੱਲ ਮੁਕਾ ਦਿੱਤੀ। ਇਸੇ ਤਰ੍ਹਾਂ ਇੱਕ ਹੋਰ ਗੱਲ ਮੁਕਾਈ, ਸੁੱਚਾ ਸਿੰਘ ਲੰਗਾਹ ਦਾ ਮਾਮਲਾ ਤੁਹਾਨੂੰ ਪਤਾ ਹੈ ਕਿ ਬੀਤੇ ਦਿਨ ਆਇਆ ਸੀ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਗੜੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੇ ਵਿੱਚ ਖਬਰਾਂ ਆਈਆਂ ਸੀ ਕਿ ਸੁੱਚਾ ਸਿੰਘ ਲੰਗਾਹ ਗਿਆ, 5 ਸਿੰਘ ਸਾਹਿਬਾਨਾਂ ਨੂੰ ਜਾ ਕੇ ਕਿਹਾ ਕਿ ਮੇਰੀ ਭੁੱਲ ਬਖਸ਼ਾ ਦਿਓ। ਤੁਹਾਨੂੰ ਪਤਾ ਕਿ ਜਿਹੜੇ ਉਹਨਾਂ ਤੇ ਇਲਜ਼ਾਮ ਲੱਗੇ ਸਨ, ਇੱਕ ਵੀਡੀਓ ਅਸ਼ਲੀਲ ਸਾਹਮਣੇ ਆਈ ਸੀ, ਉਹਦੇ ਤੋਂ ਬਾਅਦ ਭਾਵੇਂ ਅਦਾਲਤ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਕਿ ਔਰਤ ਨੇ ਆਪਣਾ ਮੁਕੱਦਮਾ ਵਾਪਸ ਲੈ ਲਿਆ, ਪਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹ ਛੇਕ ਦਿੱਤੇ ਗਏ ਸਨ, ਪੰਥ ਚੋਂ ਖਾਰਜ ਕਰ ਦਿੱਤੇ ਗਏ ਸਨ। ਹਾਲੇ ਵੀ ਇਸ ਮੀਟਿੰਗ ਵਿੱਚ ਵੀ ਆਖਿਆ ਕਿ ਸੁੱਚਾ ਸਿੰਘ ਲੰਗਾਹ ਦੀ ਘਰ ਵਾਪਸੀ ਨਹੀਂ ਹੋ ਸਕਦੀ, ਉਹਨਾਂ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ। ਪਰ ਬੀਤੇ ਦਿਨੀ ਉਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਅੰਮ੍ਰਿਤ ਵੀ ਛਕਾ ਦਿੱਤਾ ਗਿਆ ਸੀ, ਪੰਥ 'ਚ ਵਾਪਸੀ ਵੀ ਕਰ ਦਿੱਤੀ ਗਈ ਸੀ। ਉਹਨਾਂ ਨੂੰ 21 ਦਿਨਾਂ ਦੇ ਵਾਸਤੇ ਸੇਵਾ ਜਾਂ ਤਨਖਾਹ ਲਾਈ ਗਈ ਸੀ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਝਾੜੂ ਵੀ ਫੇਰਨਾ ਤੇ ਜੁੱਤੀਆਂ ਸਾਫ਼ ਕਰਨੀਆਂ ਨੇ। ਪਰ ਬਾਅਦ ਦੇ ਵਿੱਚ ਉਹ 5 ਪਿਆਰੇ ਜਿਨ੍ਹਾਂ ਨੇ ਅੰਮ੍ਰਿਤ ਛਕਾਇਆ ਸੀ ਉਹਨਾਂ ਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰ ਲਿਆ ਗਿਆ ਸੀ। ਹੁਣ ਸੁੱਚਾ ਸਿੰਘ ਲੰਗਾਹ ਦੀ ਗੱਲ ਵੀ ਇੰਨੀ ਕਹਿ ਕੇ ਮੁਕਾ ਦਿੱਤੀ ਗਈ ਕਿ ਉਹਨਾਂ ਦੀ ਪੰਥ ਵਾਪਸੀ ਹੋ ਨਹੀਂ ਸਕਦੀ। ਫਿਰ ਇੱਕ ਹੋਰ ਵੱਡਾ ਮਾਮਲਾ ਸੀ। ਇਹ ਵੱਡਾ ਮਾਮਲਾ ਸੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਅਸਲ ਦੇ ਵਿੱਚ ਇਸ ਪੈਂਡੈਮਿਕ ਮਹਾਮਾਰੀ ਤੋਂ ਪਹਿਲਾਂ ਉਹਨਾਂ ਦੇ ਖਿਲਾਫ ਇੱਕ ਕਮੇਟੀ, ਵਿਦਵਾਨਾਂ ਦੀ ਕਮੇਟੀ ਬਣਾਈ ਗਈ ਸੀ ਕਿ ਕਮੇਟੀ ਦੀ ਰਿਪੋਰਟ ਆਏਗੀ, ਜਿਵੇਂ ਦੀ ਰਿਪੋਰਟ ਆਈ ਉਹਦੇ ਆਧਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲਾ ਲਿਆ ਜਾਏਗਾ। ਰਣਜੀਤ ਸਿੰਘ ਢੱਡਰੀਆਂ ਵਾਲੇ ਪਹਿਲਾਂ ਹੀ ਆਖੀ ਜਾ ਰਹੇ ਸੀ ਕਿ ਮੇਰੇ ਖਿਲਾਫ ਫੈਸਲਾ ਆਏਗਾ। ਉਹਨਾਂ ਨੇ ਉਸੇ ਹੀ ਵਕਤ ਸਟੇਜਾਂ ਆਪਣੀਆਂ ਬੰਦ ਕਰ ਦਿੱਤੀਆਂ ਸਨ। ਪਰ ਹੁਣ ਨਵੇਂ ਆਏ ਫੈਸਲੇ ਦੇ ਅਨੁਸਾਰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖਿਲਾਫ ਇਹ ਆਖਿਆ ਗਿਆ ਕਿ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਉਹ ਪੇਸ਼ ਨਹੀਂ ਹੋਏ। ਉਹਨਾਂ ਨੂੰ ਹੁਕਮ ਸੁਣਾਇਆ ਜਾਂਦਾ ਹੈ ਕਿ ਜਿੰਨੀ ਦੇਰ ਤੱਕ ਉਹ ਆਪਣੀ ਸਫਾਈ ਆ ਕੇ ਪੇਸ਼ ਨਹੀਂ ਕਰਦੇ, ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੁੰਦੇ, ਉਨੀ ਦੇਰ ਤੱਕ ਉਹਨਾਂ ਦਾ ਕੋਈ ਪ੍ਰੋਗਰਾਮ ਨਾ ਕਰਵਾਇਆ ਜਾਵੇ। ਜੇ ਪ੍ਰੋਗਰਾਮ ਕਰਵਾਇਆ ਜਾਂਦਾ ਤੇ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਪ੍ਰਬੰਧਕ ਤੇ ਉਹ ਖੁਦ ਜ਼ਿੰਮੇਵਾਰ ਹੋਣਗੇ। ਇਹਦੇ ਨਾਲ ਇਹ ਆਖ ਦਿੱਤਾ ਗਿਆ ਕਿ ਉਹਨਾਂ ਦੀ ਕੋਈ ਵੀ ਵੀਡੀਓ ਦੇਖੀ ਸੁਣੀ ਨਾ ਜਾਵੇ, ਉਹਨਾਂ ਦੀ ਬਣਾਈ ਜਾਂ ਬਣੀ ਹੋਈ ਕੋਈ ਵੀਡੀਓ ਅੱਗੇ ਸ਼ੇਅਰ ਨਾ ਕੀਤੀ ਜਾਵੇ। ਹੁਣ ਨਾਲ ਉਹਨਾਂ ਨੂੰ ਇਹ ਆਖ ਦਿੱਤਾ ਗਿਆ ਕਿ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਪਏਗਾ ਤੇ ਮੁਆਫੀ ਮੰਗਣੀ ਪਏਗੀ। ਤੇ ਇਸ ਸੰਦੇਸ਼ ਦੇ ਖਿਲਾਫ ਜਾਂ ਇਹ ਤੇ ਪ੍ਰਤੀਕਿਰਿਆ ਦਿੰਦਿਆਂ ਇੱਕ ਵੀਡੀਓ ਸੰਦੇਸ਼ ਹੀ ਫਿਰ ਭੇਜਿਆ
ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ। ਉਹ ਕਹਿੰਦੇ ਮੈਂ ਅੱਜ ਤੱਕ ਜੋ ਆਖਿਆ ਜੋ ਬੋਲਿਆ ਇਹ ਤਾਂ ਹੈ ਨਹੀਂ ਕਿ ਕਿਤੇ ਉਹ ਮੌਜੂਦ ਨਹੀਂ, ਸਾਰੇ ਵੀਡੀਓ ਨੈੱਟ ਤੇ ਪਏ ਆ, YouTube ਤੇ ਪਏ ਆ, ਸੋਸ਼ਲ ਮੀਡੀਆ ਤੇ ਪਏ ਆ। ਉਹ ਸਾਰੇ ਦੇ ਸਾਰੇ ਵੀਡੀਓ ਕੱਢ ਕੇ ਵੇਖੇ ਜਾਣ ਤੇ ਸੁਣੇ ਜਾਣ। ਪਰ ਹੁਣ ਇਹ ਨਹੀਂ ਪਤਾ ਕਿ ਜਿਹੜੇ ਵਿਦਵਾਨਾਂ ਦੀ ਕਮੇਟੀ ਬਣਾਈ ਸੀ ਉਹਨੇ ਸੁਣੇ ਹੋਣਗੇ ਜਾਂ ਨਹੀਂ ਸੁਣੇ। ਪਰ ਵਿਦਵਾਨਾਂ ਦੀ ਜਿਹੜੀ ਕਮੇਟੀ ਬਣਾਈ ਸੀ ਉਹਦੀ ਰਿਪੋਰਟ ਦੇ ਅਨੁਸਾਰ ਅੱਜ ਫੈਸਲਾ ਲਿਆ ਗਿਆ। ਰਣਜੀਤ ਸਿੰਘ ਢੱਡਰੀਆਂ ਵਾਲੇ ਕਹਿੰਦੇ ਮੇਰੇ ਨਾਲ ਕਿਸੇ ਟੀਵੀ ਚੈਨਲ ਤੇ ਖੁੱਲੀ ਬੈਠ ਕੇ ਬਹਿਸ ਕਰ ਲਈ ਜਾਵੇ, ਮੇਰੇ ਨਾਲ ਬੈਠ ਕੇ ਡਾਇਲੌਗ ਕੀਤਾ ਜਾਵੇ, ਮੈਂ ਆਪਣਾ ਪੱਖ ਰੱਖ ਦਿਆਂਗਾ। ਜੇ ਉਹਦੇ ਵਿੱਚ ਮੈਂ ਕਿਸੇ ਵੀ ਪੱਖ ਤੋਂ ਊਣਾ ਜਾਂ ਬੌਣਾ ਹੋਇਆ ਜਾਂ ਮੇਰੀ ਗੱਲ ਦਲੀਲ ਵਾਲੀ ਨਾ ਹੋਈ, ਜਿਹੜੀ ਮੈਨੂੰ ਸਜ਼ਾ ਲੱਗੇਗੀ ਸ਼੍ਰੀ ਅਕਾਲ ਤਖਤ ਸਾਹਿਬ ਤਾਂ ਲੰਬਾ ਪੈ ਕੇ ਜਾਵਾਂਗਾ ਹੀ। ਮੈਂ ਆ ਜਥੇਦਾਰਾਂ ਤੋਂ, ਜਥੇਦਾਰ ਸਾਹਿਬ ਨਹੀਂ ਉਹਨਾਂ ਨੇ ਕਿਹਾ, ਉਹਨਾਂ ਦੀ ਵੀਡੀਓ ਸੁਣਿਓ, ਕਹਿੰਦੇ ਜਥੇਦਾਰਾਂ ਤੋਂ ਵੀ ਮੈਂ ਮੁਆਫੀ ਮੰਗ ਲਾਂਗਾ। ਹੁਣ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਮੈਂ ਅੱਜ ਤੱਕ ਸਿੱਖ ਕੌਮ ਨੂੰ ਜਿੰਨੇ ਵੀਡੀਓ ਬਣਾਏ ਨੇ ਉਹਨਾਂ ਵਿੱਚ 10ਮ ਗ੍ਰੰਥ ਦੇ ਵਿੱਚ ਕੀ ਲਿਖਿਆ ਉਹਦੇ ਪ੍ਰਤੀ ਜਾਗਰੂਕ ਕੀਤਾ। ਉਹ ਕਹਿੰਦੇ ਬਹੁਤ ਸਾਰੀਆਂ ਜਥੇਬੰਦੀਆਂ, ਬਹੁਤ ਸਾਰੀਆਂ ਸੰਪਰਦਾਵਾਂ ਜਿਹੜੀਆਂ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਤੇ ਕੂੜ ਪ੍ਰਚਾਰ ਕਰ ਰਹੀਆਂ ਨੇ, ਪੁਜਾਰੀਵਾਦ ਦੇ ਖਿਲਾਫ, ਡੇਰੇਵਾਦ ਦੇ ਖਿਲਾਫ ਮੈਂ ਬੋਲਦਾ। ਉਹ ਕਹਿੰਦੇ ਜੇਕਰ ਮੇਰੀ ਕੋਈ ਵੀ ਗੱਲ ਹੈ, ਮੇਰੀ ਆਖੀ ਗੱਲ ਦੇ ਉੱਤੇ ਕਿਸੇ ਗੱਲ ਤੇ ਉਹਨਾਂ ਨੂੰ ਲੱਗਦਾ ਕਿ ਮੈਂ ਢੱਡਰੀਆਂ ਵਾਲਾ ਗਲਤ ਹਾਂ, ਤਾਂ ਮੇਰੇ ਨਾਲ ਬੈਠ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੱਲਬਾਤ ਕਿਸੇ ਟੀਵੀ ਚੈਨਲ ਤੇ ਖੁੱਲੀ ਡਿਬੇਟ ਕਰ ਲੈਣ। ਦੋਸ਼ੀ ਹੋਇਆ, ਮੈਂ ਗਲਤ ਹੋਇਆ, ਮੈਂ ਮੁਆਫੀ ਮੰਗਣ ਨੂੰ ਤਿਆਰ ਹੈ। ਹੁਣ ਪੰਥਕ ਲੋਕ, ਸਿੱਖ ਪੰਥ ਨੂੰ ਮੰਨਣ ਵਾਲੇ ਲੋਕ ਫਿਰ ਦੁਬਿਧਾ ਵਿੱਚ ਨੇ ਕਿ ਵਾਕਈ ਸ਼੍ਰੀ ਅਕਾਲ ਤਖਤ ਕੋਈ ਸੁਪਰੀਮ ਪਾਵਰ ਹੈਗੇ ਹੈ ਕਿ ਅਸੀਂ ਜੇਕਰ ਉਹਦਾ ਕੋਈ ਫੈਸਲਾ ਕਿਸੇ ਅਦਾਲਤ ਵੱਲੋਂ, ਕੋਰਟ ਵੱਲੋਂ ਸੁਣਾਇਆ ਗਿਆ, ਕੀ ਅਸੀਂ ਉਹਨੂੰ ਚੈਲੰਜ ਕਰਨਾ ਹੈ? ਜੇ ਸਾਡੇ ਸਿੱਖ ਧਰਮ ਦੇ ਪ੍ਰਚਾਰਕ ਜਿਹੜੇ ਸਾਨੂੰ ਕਹਿੰਦੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪ੍ਰਣਾਉਣਾ ਚਾਹੀਦਾ ਹੈ, ਕੀ ਸਾਨੂੰ ਉਹਦੇ ਫੈਸਲੇ ਚੈਲੰਜ ਕਰਨੇ ਚਾਹੀਦੇ ਨੇ? ਕੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਾਂ ਉਸਦੇ ਜਥੇਦਾਰ ਦਾ ਕੋਈ ਰੁਤਬਾ ਨਹੀਂ? ਇਹ ਆਪਸ ਦੇ ਵਿੱਚ ਦੋਵੇਂ ਪਾਸਿਆਂ ਦੀ ਕਿਰਿਆ ਜਾਂ ਪ੍ਰਤੀਕਿਰਿਆ ਤੋਂ ਬਾਅਦ ਆਮ ਲੋਕ ਦੁਬਿਧਾ ਵਿੱਚ ਨੇ ਕਿ ਉਹ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਮੰਨਣ, ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੇ ਗਏ ਫੈਸਲੇ ਤੇ ਫੁੱਲ ਚੜਾਉਣ। ਜੇ ਇਹ ਫੁੱਲ ਨਹੀਂ ਚੜਾਉਂਦੇ, ਉਹ ਗਲਤ ਨੇ ਜਾਂ ਠੀਕ ਨੇ? ਆਮ ਲੋਕਾਂ ਦੇ ਖਿਲਾਫ ਜਿਹੜੇ ਫਿਰ ਫੈਸਲੇ ਆਉਂਦੇ ਨੇ ਤੇ ਉਹ ਲੋਕ ਫਿਰ ਕਿਵੇਂ ਮੰਨਣਗੇ? ਇਸ ਗੱਲ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਜਾਂ ਪੰਥਕ ਧਿਰਾਂ ਨੂੰ ਇਹ ਬੈਠ ਕੇ ਸੋਚਣਾ ਪਏਗਾ ਕਿ ਅਸਲ ਦੇ ਵਿੱਚ ਆਮ ਲੋਕਾਂ ਦੀ ਦੁਬਿਧਾ ਦੂਰ ਕੀਤੀ ਜਾਵੇ ਤਾਂ ਕਿਵੇਂ ਕੀਤੀ ਜਾਵੇ। ਪਰ ਹੁਣ ਇਸ ਮਸਲੇ ਦੇ ਉੱਤੇ ਲੱਗਦਾ ਕਿ ਸਿੰਘ ਦੋਵੇਂ ਪਾਸਿਓਂ ਫਸ ਗਏ ਆ। ਰਣਜੀਤ ਸਿੰਘ ਉਹਨਾਂ ਨੇ ਖੁੱਲ੍ਹਾ ਚੈਲੰਜ ਕਰ ਦਿੱਤਾ, ਦੂਸਰੇ ਪਾਸਿਓਂ ਫੈਸਲਾ ਸੁਣਾ ਦਿੱਤਾ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਕੀ ਕਿਰਿਆ ਜਾਂ ਪ੍ਰਤੀਕਿਰਿਆ ਆਉਂਦੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਇਸੇ ਹੀ ਮੀਟਿੰਗ ਦੇ ਵਿੱਚ ਇੱਕ ਹੋਰ ਗੱਲ ਹੋਈ ਹੈ। ਉਹ ਗੱਲ ਇਹ ਹੋਈ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਇੱਕ ਰਿਪੋਰਟ ਮਿਲੀ ਹੈ, 1000 ਸਫ਼ੇ ਦੀ ਰਿਪੋਰਟ ਹੈ। ਉਸ ਰਿਪੋਰਟ ਦੇ ਮੁਤਾਬਕ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਹੈ ਕਿ 267 ਪਾਵਨ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋ ਗਏ ਸੀ। ਪਿੱਛੇ ਜੇ ਖਬਰਾਂ ਇਹ ਵੀ ਆਈਆਂ ਸੀ ਕਿ ਇੱਕ ਕਮੇਟੀ ਬਣਾ ਦਿੱਤੀ ਹੈ, ਇੱਕ ਸਾਬਕਾ ਜੱਜ ਦੀ ਤੇ ਇੱਕ ਹੋਰ ਵਿਦਵਾਨ ਸੱਜਣ ਦੀ। ਉਹ ਜੋ ਰਿਪੋਰਟ ਦੇਵੇਗੀ ਅਸੀਂ ਉਹਦੇ ਆਧਾਰ ਤੇ ਫੈਸਲਾ ਸੁਣਾ ਦਿਆਂਗੇ ਤੇ ਜਾਂਚ ਸਮਾਂ ਵੱਧ ਸੀ। ਆਹ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਉਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ 5 ਜਥੇਦਾਰ ਸਾਹਿਬਾਨਾਂ ਨੇ ਦੱਸਿਆ ਕਿ ਇਸ ਰਿਪੋਰਟ ਦੇ ਵਿੱਚ 10 ਸਫ਼ੇ ਇਸ ਤਰ੍ਹਾਂ ਦੇ ਨੇ ਜਿਹੜੇ ਵਾਰ-ਵਾਰ ਕੱਟ-ਵੱਢ ਕਰਕੇ ਲਿਖੇ ਹੋਏ ਆ। ਹੁਣ ਉਹ ਕੱਟ-ਵੱਢ ਕਿਉਂ ਕੀਤੀ ਗਈ, ਇਹ ਬਹੁਤ ਅਹਿਮ ਗੱਲ ਹੈ। ਅਸਲ ਦੇ ਵਿੱਚ ਪਿੱਛੇ ਜੇ ਇਹ ਵੀ ਸਾਹਮਣੇ ਆਇਆ ਸੀ ਕਿ ਭਾਈ ਪਬਲੀਕੇਸ਼ਨ ਵਿਭਾਗ ਦੇ ਵਿੱਚ ਅੱਗ ਲੱਗ ਗਈ, ਸ਼ਾਇਦ ਉਹ ਪਾਵਨ ਸਰੂਪ ਉੱਥੇ ਜਲ ਗਏ, ਸੜ ਗਏ ਤੇ ਬਾਅਦ ਦੇ ਵਿੱਚ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ। ਪਰ ਹੁਣ ਇੱਕ ਨਵੀਂ ਗੱਲ ਸਾਹਮਣੇ ਆ ਗਈ, ਜਿਹੜੇ 267 ਪਾਵਨ ਸਰੂਪ ਗੁੰਮ ਹੋਣ ਦੀ ਗੱਲ ਦੱਸੀ ਜਾ ਰਹੀ ਸੀ, ਉਹ 18 ਅਗਸਤ 2018 ਤੋਂ ਲੈ ਕੇ ਮਈ 31 2020 ਦੇ ਵਿਚਕਾਰ ਦੀ ਰਿਪੋਰਟ ਸੀ, ਜਿਹੜੀ ਲੈਜਰ ਬੁੱਕ ਦੇ ਵਿੱਚ ਚਾੜੇ ਹੋਏ ਸੀ। ਪਰ ਜਦੋਂ ਪਿੱਛੇ ਜਾ ਕੇ ਥੋੜਾ ਦੇਖਿਆ ਗਿਆ ਰਿਕਾਰਡ 2013-14 ਤੇ 2014-15 ਦਾ, ਉਸ ਰਿਕਾਰਡ ਨੂੰ ਚੈੱਕ ਕਰਨ ਤੋਂ ਪਤਾ ਲੱਗਿਆ ਕਿ ਪਾਵਨ ਸਰੂਪ 267 ਨਹੀਂ, ਸਗੋਂ ਇਹਨਾਂ ਦੀ ਗਿਣਤੀ 328 ਬਣਦੀ ਹੈ। ਹੁਣ ਇਸ ਰਿਪੋਰਟ ਦੇ ਆਧਾਰ ਤੇ ਅੱਜ 5 ਸਿੰਘ ਸਾਹਿਬਾਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਖਿਆ ਕਿ ਇੱਕ ਸ਼ਾਰਟ ਨੋਟਿਸ ਦੇ ਉੱਤੇ ਅੰਤਰਿਮ ਕਮੇਟੀ
ਇੱਕ ਫੈਸਲਾ ਕਰੇ, ਜਿਹੜੇ ਕਰਮਚਾਰੀ ਜਿਹੜੇ ਅਧਿਕਾਰੀ ਦੋਸ਼ੀ ਨੇ ਤੁਰੰਤ ਉਹਨਾਂ ਨੂੰ ਬਣਦੀ ਤੇ ਸਖਤ ਸਜ਼ਾ ਦਿੱਤੀ ਜਾਵੇ। ਹੁਣ ਇਸ ਰਿਪੋਰਟ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਉਹ ਜਿਹੜੇ ਪਬਲੀਕੇਸ਼ਨ ਵਿਭਾਗ ਦੇ ਵਿੱਚ ਕੁਝ ਕਰਮਚਾਰੀ ਤੇ ਅਧਿਕਾਰੀ ਉਹਨਾਂ ਨੇ ਆਪਸੀ ਮਿਲੀ ਭੁਗਤ ਕੀਤੀ, ਉਹਨਾਂ ਨੇ ਜਿੰਨੀ ਨਿਰਧਾਰਤ ਗਿਣਤੀ ਸੀ ਉਹਦੇ ਨਾਲੋਂ ਵੱਧ ਪਾਵਨ ਸਰੂਪ ਛਾਪੇ, ਪਰ ਦੱਸਿਆ ਕਿਸੇ ਨੂੰ ਨਹੀਂ। ਉਹ ਪਾਵਨ ਸਰੂਪ ਛਾਪ ਕੇ ਭੇਜੇ ਕਿੱਥੇ ਨੇ, ਦਿੱਤੇ ਕਿਹਨੂੰ ਨੇ, ਇਹ ਆਪਣੇ ਆਪ ਦੇ ਵਿੱਚ ਹੁਣ ਅਗਲਾ ਸਵਾਲ ਹੈ। ਕਿਉਂਕਿ ਇਹ ਗੱਲ ਸਾਫ਼ ਹੋ ਗਈ ਕਿ ਨਿਰਧਾਰਤ ਗਿਣਤੀ ਤੋਂ ਵੱਧ ਸਰੂਪ ਉੱਥੇ ਪਬਲੀਕੇਸ਼ਨ ਵਿਭਾਗ ਦੇ ਵਿੱਚ ਛਾਪੇ ਵੀ ਗਏ ਨੇ ਤੇ ਉਹ ਕਿਸੇ ਨੂੰ ਦਿੱਤੇ ਵੀ ਗਏ ਨੇ। ਹੁਣ ਆਪਣੇ ਆਪ ਦੇ ਵਿੱਚ ਆਉਣ ਵਾਲਾ ਆਹ ਹਫ਼ਤਾ ਕਾਫੀ ਜੱਦੋਜਹਿਦ ਵਾਲਾ ਹੋਏਗਾ, ਬਾਜ਼ ਅੱਖ ਰੱਖਣ ਵਾਲਾ ਹੋਏਗਾ ਕਿ ਕਿਹੜਾ ਵਿਅਕਤੀ ਇਸ ਮਾਮਲੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਧ ਸਰੂਪ ਛਾਪਣ ਦੇ ਵਿੱਚ, 328 ਪਾਵਨ ਸਰੂਪ ਗੁੰਮ ਕਰਨ ਦੇ ਵਿੱਚ ਕੌਣ-ਕੌਣ ਜ਼ਿੰਮੇਵਾਰ ਸੀ। ਜੇ ਉਹ ਜ਼ਿੰਮੇਵਾਰ ਸੀ ਤਾਂ ਅੱਜ ਤੱਕ ਉਹਨਾਂ ਦੇ ਨਾਮ ਨਸ਼ਰ ਕਿਉਂ ਨਹੀਂ ਹੋਏ? ਜੇ ਉਹ ਪਤਾ ਸੀ ਤਾਂ ਉਹਨਾਂ ਨੂੰ ਸਾਹਮਣੇ ਕਿਉਂ ਨਹੀਂ ਲਿਆਂਦਾ ਗਿਆ? ਆਉਣ ਵਾਲੇ ਹਫ਼ਤੇ ਦੇ ਵਿੱਚ ਦੇਖਣਾ ਹੋਏਗਾ ਕਿ SGPC ਇਹਦੇ ਉੱਤੇ ਕਿਸ ਤਰ੍ਹਾਂ ਦਾ ਰੁੱਖ ਤਿਆਰ ਕਰਦੀ ਹੈ। ਇਹ ਇੱਕੋ ਹੀ ਮੀਟਿੰਗ ਦੇ ਵਿੱਚ ਅੱਜ ਕਿੰਨੇ ਹੀ ਫੈਸਲੇ ਸੁਣਾ ਦਿੱਤੇ ਗਏ ਹੈ। ਹੁਣ ਇਹਨਾਂ ਦੇ ਉੱਤੇ ਪ੍ਰਤੀਕਿਰਿਆ ਲਾਜ਼ਮੀ ਹੈ। ਕਈ ਲੋਕ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਹੀ ਕਹਿਣਗੇ, ਕਈ ਲੋਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸਹੀ ਕਹਿਣਗੇ, ਪਰ ਦਰਅਸਲ ਇਹ ਗੱਲ ਮੰਨਣੀ ਪਊ ਕਿ ਭਾਵੇਂ ਕੋਈ ਗਲਤ ਹੈ ਤੇ ਭਾਵੇਂ ਕੋਈ ਸਹੀ ਹੈ, ਦੁਬਿਧਾ ਜ਼ਰੂਰ ਪੈਦਾ ਹੋ ਗਈ ਹੈ। ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਕਾਂਗਰਸ ਕਮੇਟੀ ਦਾ ਪ੍ਰਧਾਨ ਚੁਣਨ ਦੀ ਗੱਲ ਹੈ। ਤੁਹਾਨੂੰ ਪਤਾ ਕਿ ਜਦੋਂ 2019 ਦੀਆਂ ਲੋਕ ਸਭਾ ਚੋਣਾਂ ਹੋਈਆਂ ਉਹਦੇ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਬੇਹੱਦ ਨਿਰਾਸ਼ਾਜਨਕ ਰਹੀ। ਕਾਂਗਰਸ ਪ੍ਰਧਾਨ ਸਨ ਰਾਹੁਲ ਗਾਂਧੀ, ਉਹਨਾਂ ਨੇ ਹਾਰ ਕਬੂਲਦਿਆਂ ਹੋਇਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਬਾਅਦ ਦੇ ਵਿੱਚ ਸਰਬਸੰਮਤੀ ਦੇ ਨਾਲ ਰਾਹੁਲ ਗਾਂਧੀ ਦੀ ਮਾਂ ਰਾਜੀਵ ਗਾਂਧੀ ਦੀ ਘਰਵਾਲੀ ਸੋਨੀਆ ਗਾਂਧੀ ਨੂੰ, ਜਿਹੜੇ ਪਹਿਲਾਂ ਵੀ ਚੇਅਰਪਰਸਨ ਸੀ ਕਾਂਗਰਸ ਦੇ, ਉਹਨਾਂ ਨੂੰ ਆਰਜੀ ਤੌਰ ਤੇ ਅੰਤਰਿਮ ਪ੍ਰਧਾਨ ਬਣਾ ਦਿੱਤਾ ਗਿਆ। ਪਰ ਹੁਣ ਲੱਗਦਾ ਸੀ ਕਿ ਕੋਈ ਨਵਾਂ ਪ੍ਰਧਾਨ ਚੁਣ ਲੈਣਗੇ। ਪਰ ਭਾਵੇਂ ਧੜੇਬਾਜ਼ੀ ਸਾਹਮਣੇ ਜ਼ਰੂਰ ਆਈ, ਖੇਮੇ ਜ਼ਰੂਰ ਸਾਹਮਣੇ ਆਏ ਕਿ ਵਿੱਚ ਧੜੇਬਾਜ਼ੀਆਂ ਹੈਗੀਆਂ ਨੇ, ਪਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਜੋ ਆਖਿਆ ਮੈਂ ਤੁਹਾਡੇ ਨਾਲ ਦੱਸਣਾ ਚਾਹੁੰਦਾ। ਉਹ ਕਹਿੰਦੇ ਮੈਨੂੰ ਲੱਗਦਾ ਕਿ ਇਸ ਵਕਤ ਜੇਕਰ ਕਾਂਗਰਸ ਦੇ ਵਿੱਚ ਕੋਈ ਨਵੀਂ ਰੂਹ ਫੂਕ ਸਕਦਾ ਜਾਂ ਜਿਸ ਨੂੰ ਰਹਿਨੁਮਾਈ ਕਰਨੀ ਚਾਹੀਦੀ ਹੈ ਉਹ ਰਾਹੁਲ ਗਾਂਧੀ ਕਰ ਸਕਦੇ ਆ। ਉਹ ਕਹਿੰਦੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਆਜ਼ਾਦੀ ਤੋਂ ਪਹਿਲਾਂ ਜਦੋਂ ਬਰਤਾਨਵੀ ਸਾਮਰਾਜ ਦੇ ਖਿਲਾਫ ਲੋਕ ਜੰਗ ਲੜ ਰਹੇ ਸਨ, ਆਜ਼ਾਦੀ ਦੀ ਜੰਗ ਲੜੀ ਜਾ ਰਹੀ ਸੀ, ਉਦੋਂ ਤੋਂ ਲੈ ਕੇ ਅੱਜ ਤੱਕ ਕਹਿੰਦੇ ਦੇਖੋ ਕਿ ਗਾਂਧੀ ਪਰਿਵਾਰ ਦਾ ਯੋਗਦਾਨ ਕਿੰਨਾ ਵੱਡਾ ਹੈ। ਕਹਿੰਦੇ ਇਹ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੀ ਵਾਗਡੋਰ ਰਾਹੁਲ ਗਾਂਧੀ ਦੇ ਹੱਥ ਫੜਾ ਦੇਣੀ ਚਾਹੀਦੀ ਹੈ ਤੇ ਰਾਹੁਲ ਗਾਂਧੀ ਤੋਂ ਵਧੀਆ ਕੋਈ ਰਹਿਨੁਮਾਈ ਨਹੀਂ ਕਰ ਸਕਦਾ। ਇਹੀ ਗੱਲ ਲਗਭਗ ਇੱਕ ਦਿੱਲੀ ਛਾਉਣੀ ਤੋਂ ਕੌਂਸਲਰ ਨੇ, ਤੇ ਕੌਂਸਲਰ ਦਾ ਨਾਮ ਹੈ ਸੰਦੀਪ ਤੰਵਰ, ਉਹਨਾਂ ਨੇ ਆਪਣੇ ਖੂਨ ਦੇ ਨਾਲ ਲਿਖੀ ਇੱਕ ਚਿੱਠੀ ਭੇਜੀ ਹੈ ਇਸ ਕਮੇਟੀ ਦੇ ਵਿੱਚ। ਉਹ ਕਹਿੰਦੇ ਦੇਖੋ ਰਾਹੁਲ ਗਾਂਧੀ ਉਹ ਇਨਸਾਨ ਹੈ ਜਿਨੇ ਸੜਕ ਤੋਂ ਲੈ ਕੇ ਸੰਸਦ ਤੱਕ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਉਹ ਕਹਿੰਦੇ ਰਾਹੁਲ ਗਾਂਧੀ ਹੈ ਜਿਨੇ ਆਪਣੇ ਖੂਨ ਤੇ ਪਸੀਨੇ ਦੇ ਨਾਲ ਕਾਂਗਰਸ ਪਾਰਟੀ ਖੜੀ ਕੀਤੀ ਹੈ। ਹੁਣ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਵਾਕਈ ਕਾਂਗਰਸ ਪਾਰਟੀ ਖੜੀ ਕੀਤੀ ਹੈ ਜਾਂ ਕਾਂਗਰਸ ਪਾਰਟੀ ਡੋਬੀ ਹੈ? ਕਾਂਗਰਸ ਪਾਰਟੀ ਅੱਜ ਇੱਕ ਬੱਸ ਦੀ ਸਵਾਰੀਆਂ ਜੋਗੀ ਰਹਿ ਗਈ। ਕਾਂਗਰਸ ਪਾਰਟੀ ਭਾਰਤ ਦੀ ਸਭ ਤੋਂ ਪਹਿਲੀ ਪੁਰਾਣੀ ਤੇ ਵੱਡੀ ਰਾਜਨੀਤਿਕ ਜਾਂ ਪੋਲੀਟੀਕਲ ਪਾਰਟੀ ਸੀ ਤੇ ਅੱਜ ਲਗਭਗ ਉਸ ਤੋਂ 50 ਦਾ ਅੰਕੜਾ ਟੱਪ ਨਹੀਂ ਹੁੰਦਾ। ਸੋ ਇੱਕ ਬੱਸ ਜਾਂ ਮਿੰਨੀ ਬੱਸ ਦੀਆਂ ਸਵਾਰੀਆਂ ਬਣ ਕੇ ਉਸ ਦੇ ਮੈਂਬਰ ਪਾਰਲੀਮੈਂਟ ਰਹਿ ਗਏ ਹੈ। ਪਰ ਇਹ ਕਹਿੰਦੇ ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਤੋਂ ਵਧੀਆ ਕਾਂਗਰਸ ਨੂੰ ਕੋਈ ਸੰਭਾਲ ਨਹੀਂ ਸਕਦਾ। ਪਰ ਮੈਂ ਦੱਸ ਦਿਆਂ ਕਿ ਇਸ ਹੋਈ ਮੀਟਿੰਗ ਦੇ ਵਿੱਚ ਸੋਨੀਆ ਗਾਂਧੀ ਨੂੰ ਹਾਲੇ ਅੰਤਰਿਮ ਪ੍ਰਧਾਨ ਬਣੇ ਰਹਿਣ ਦੇ ਵਾਸਤੇ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਗਿਆ, ਜਦੋਂ ਕਿ ਸੋਨੀਆ ਗਾਂਧੀ ਕਹਿੰਦੀ ਸੀ ਕਿ ਮੇਰੇ ਤੋਂ ਇਹ ਜ਼ਿੰਮੇਵਾਰੀ ਲੈ ਲਓ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰੀ ਫਿਰ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਵੀ ਕਹੀ ਜਾਂਦੇ ਨੇ, ਕੌਂਸਲਰ ਵੀ ਕਹੀ ਜਾਂਦਾ ਤੇ ਹੋਰ ਵੀ ਕਹੀ ਜਾਂਦੇ ਨੇ ਕਿ ਭਾਈ ਰਾਹੁਲ ਗਾਂਧੀ ਤੋਂ ਬਿਨਾਂ ਕਾਂਗਰਸ ਦਾ ਗੁਜ਼ਾਰਾ ਹੋਣਾ ਨਹੀਂ। ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਦੁਬਾਰਾ ਰਾਹੁਲ ਗਾਂਧੀ ਦੇ ਗਲ ਹਾਰ ਪਾ ਦਿੱਤਾ ਜਾਂਦਾ, ਸਿਰ ਤੇ ਤਾਜ ਟਿਕਾ ਦਿੱਤਾ ਜਾਂਦਾ ਪ੍ਰਧਾਨਗੀ ਵਾਲਾ ਜਾਂ ਨਹੀਂ। ਹੁਣ ਚੱਲਦੇ ਹਾਂ ਅੱਗੇ। ਚੋਰੀ ਹੋਈ ਚੀਜ਼ ਪਹਿਲੀ ਗੱਲ ਤਾਂ ਮਿਲਦੀ ਨਹੀਂ, ਜੇ ਮਿਲ ਜੇ ਤਾਂ ਤੁਹਾਨੂੰ ਪਤਾ ਕਿ ਖੁਸ਼ੀ ਕਿੰਨੀ ਹੁੰਦੀ ਹੈ।
ਹੁਣ ਮੁੰਬਈ ਦੇ ਵਿੱਚ ਅਸਲ ਦੇ ਵਿੱਚ 9 ਫਰਵਰੀ ਤੇ 1999 ਦੀ ਸ਼ਾਮ ਸੀ। ਪਿੰਕੀ ਨਾਂ ਦੀ ਇੱਕ ਔਰਤ, ਉਸਨੇ ਇੱਕ ਥਾਂ ਤੋਂ ਦੂਸਰੇ ਥਾਂ ਜਾਣ ਦੇ ਵਾਸਤੇ ਟ੍ਰੇਨ ਚੜ੍ਹਨਾ ਸੀ। ਡਿਕੂਹਾ ਗੇਟ ਤੋਂ ਵਸਈ ਵਾਸਤੇ ਉਹਨੇ ਟ੍ਰੇਨ ਲਈ। ਜਦੋਂ ਡਿਕੂਹਾ ਤੋਂ ਟ੍ਰੇਨ ਲਈ ਉਹਨੂੰ ਲੱਗਿਆ ਕਿ ਚੋਰ ਨੇ ਕਿਸੇ ਨੇ ਝਪਟ ਮਾਰ ਲਿਆ। ਆਮ ਤੌਰ ਤੇ ਭੀੜ ਭੜੱਕੇ ਤੇ ਮੇਲਿਆਂ ਦੇ ਵਿੱਚ ਬਹੁਤ ਲੋਕ ਫਿਰਦੇ ਹੁੰਦੇ ਆ ਜਿਹੜੇ ਚੈਨੀਆਂ ਤੁਹਾਡੀਆਂ ਖੋਹ ਲੈਂਦੇ ਆ ਤੇ ਪਤਾ ਹੀ ਨਹੀਂ ਲੱਗਦਾ ਤੁਹਾਨੂੰ। ਇਸੇ ਤਰ੍ਹਾਂ ਪਿੰਕੀ ਨਾਲ ਹੋਇਆ। ਉਸ ਦੀ ਸੋਨੇ ਦੀ ਚੇਨ ਜਾਂ ਕਈ ਲੋਕ ਚੇਨੀ ਕਹਿ ਦਿੰਦੇ ਨੇ, ਉਹ ਸੋਨੇ ਦੀ ਚੇਨ ਕੋਈ ਚੋਰ ਚੋਰੀ ਕਰਕੇ ਲੈ ਗਿਆ। ਪਿੰਕੀ ਨੂੰ ਹੱਥਾਂ ਪੈਰਾਂ ਦੀ ਪਈ ਕਿਉਂਕਿ ਸੋਨਾ ਕੀਮਤੀ ਹੈ। ਉਸ ਨੇ ਸੈਂਟਰਲ ਮੁੰਬਈ ਦੇ ਵਿੱਚ ਜਾ ਕੇ ਆਪਣੀ ਇੱਕ ਰਿਪੋਰਟ ਦਰਜ ਕਰਵਾਈ ਕਿ ਇਸ ਤਰ੍ਹਾਂ ਦੀ ਮੇਰੀ ਸੋਨੇ ਦੀ ਚੇਨ ਸੀ, ਮੈਂ ਡਿਕੂਹਾ ਗੇਟ ਤੋਂ ਵਸਈ ਵਾਸਤੇ ਟ੍ਰੇਨ ਲਈ ਸੀ, ਮੇਰੀ ਸੋਨੇ ਦੀ ਚੇਨ ਕਿਸੇ ਚੋਰ ਨੇ ਮਾਰ ਲਈ ਹੈ। ਰਿਪੋਰਟ ਲਿਖਾਉਣ ਤੋਂ ਬਾਅਦ ਪਿੰਕੀ ਆਪਣੇ ਘਰ ਚਲੇ ਗਈ। ਹੁਣ 9 ਫਰਵਰੀ ਤੇ 1999 ਦੀ ਇਹ ਸ਼ਾਮ ਦਾ ਵਾਕਿਆ ਸੀ। ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਕਿ ਸੈੱਲ ਫੋਨ ਦਾ ਜ਼ਮਾਨਾ ਹੈ ਨਹੀਂ ਸੀ, ਕਿਸੇ ਦੇ ਘਰ ਲੈਂਡਲਾਈਨ। ਪਰ ਅਚਨਚੇਤ ਉਹ ਰਿਪੋਰਟ ਲਿਖਾਈ ਤੇ ਉਹਨੇ ਆਪਣਾ ਐਡਰੈਸ ਵੀ ਬਦਲ ਲਿਆ। ਉਹਦੇ ਤੋਂ ਬਾਅਦ 9 ਫਰਵਰੀ 1999 ਨੂੰ ਇਹ ਘਟਨਾ ਵਾਪਰਦੀ ਤੇ 15 ਅਪ੍ਰੈਲ ਤੇ ਉਸੇ ਹੀ ਸਾਲ 15 ਅਪ੍ਰੈਲ ਨੂੰ ਅੱਗੇ ਜਾ ਕੇ ਇਹ ਚੋਰ ਦੇ ਕੋਲੋਂ ਚੇਨ ਬਰਾਮਦ ਕਰ ਲਈ ਜਾਂਦੀ ਹੈ। ਹੁਣ ਇੰਨੇ ਵਰੇ ਲਗਭਗ 2.5 ਦਹਾਕੇ ਬੀਤ ਗਏ। ਸੋਨੇ ਦੀ ਚੇਨ ਮਿਲ ਗਈ ਪਰ ਪਿੰਕੀ ਨਾ ਮਿਲੀ। ਹੁਣ ਇੱਕ ਦਿਨ ਜਿਹੜਾ ਵੀ ਸਮਾਨ ਇਸ ਡਿਪਾਰਟਮੈਂਟ ਦੇ ਕੋਲ, ਰੇਲਵੇ ਪੁਲਿਸ ਦੇ ਕੋਲ ਸੰਭਾਲਿਆ ਪਿਆ ਸੀ, ਸਰਕਾਰੀ ਆਦੇਸ਼ ਆਏ, ਸਰਕਾਰੀ ਆਰਡਰ ਹੋਏ, ਹੁਕਮ ਹੋਏ ਕਿ ਜਿਹੜਾ ਸਮਾਨ ਰੇਲਵੇ ਪੁਲਿਸ ਕੋਲ ਆਇਆ ਪਿਆ, ਜਮ੍ਹਾਂ ਹੋਇਆ ਪਿਆ, ਇਹ ਉਹਦੇ ਵਾਰਸਾਂ ਤੱਕ ਪੁੱਜਦਾ ਕੀਤਾ ਜਾਵੇ। ਫਿਰ ਰੇਲਵੇ ਪੁਲਿਸ ਨੇ ਪਿੰਕੀ ਨੂੰ ਲੱਭਣ ਵਾਸਤੇ ਜਦੋਜਹਿਦ ਕਰ ਲਈ ਤੇ ਆਖਰਕਾਰ ਲਗਭਗ 26-28 ਵਰਿਆਂ ਤੋਂ ਬਾਅਦ ਪਿੰਕੀ ਲੱਭ ਗਈ ਹੈ। ਜਦੋਂ ਪਿੰਕੀ ਨੂੰ ਲੱਭਿਆ ਤੇ ਪਿੰਕੀ ਨੂੰ ਕਹਿੰਦੇ ਤੁਸੀਂ ਕੋਈ ਰਿਪੋਰਟ ਦਰਜ ਕਰਵਾਈ ਸੀ। ਪਿੰਕੀ ਹੁਣ ਕਿਵੇਂ ਭੁੱਲੇ, 10 ਨੋਹਾਂ ਦੀ ਕਿਰਤ ਕਮਾਈ ਕਰਕੇ ਉਹਨੇ ਸੋਨੇ ਦੀ ਚੇਨ ਲਈ ਹੋਈ ਸੀ। ਉਹ ਕਹਿੰਦੀ ਬਿਲਕੁਲ ਮੇਰੀ ਸੋਨੇ ਦੀ ਚੇਨ ਗੁੰਮ ਹੋਈ ਸੀ, ਇਸ ਤਰ੍ਹਾਂ ਦੀ ਮੇਰੀ ਚੇਨ ਸੀ, ਮੈਂ ਡਿਕੂਹਾ ਗੇਟ ਤੋਂ ਵਸਈ ਵਾਸਤੇ ਚੜ੍ਹੀ ਸੀ ਤੇ ਸੈਂਟਰਲ ਮੁੰਬਈ ਦੇ ਵਿੱਚ ਮੈਂ ਆਪਣੀ ਰਿਪੋਰਟ ਦਰਜ ਕਰਵਾਈ ਸੀ। ਜਦੋਂ ਉਹਨਾਂ ਨੇ ਸਾਹਮਣੇ ਚੇਨ ਸੋਨੇ ਦੀ ਕੱਢੀ, ਉਹਨੇ ਆਪਣੀ ਫੋਟੋ ਦਿਖਾਈ, ਕਹਿੰਦੀ ਬਿਲਕੁਲ ਮੇਰੀ ਇਹੀ ਚੇਨ ਹੈ। ਹੁਣ ਲਗਭਗ ਇੰਨੇ ਵਰੇ ਤੇ ਇੰਨੇ ਦਹਾਕਿਆਂ ਤੋਂ ਬਾਅਦ ਪਿੰਕੀ ਨੂੰ ਸੋਨੇ ਦੀ ਚੇਨ ਦੁਬਾਰਾ ਮਿਲ ਗਈ ਆ। ਆਮ ਤੌਰ ਤੇ ਇੰਨੀ ਦੇਰ ਬਾਅਦ ਚੋਰੀ ਹੋਇਆ ਸਮਾਨ, ਖਾਸ ਕਰਕੇ ਸੋਨਾ, ਮਿਲਦਾ ਨਹੀਂ ਹੁੰਦਾ। ਆਪਣੇ ਆਪ ਦੇ ਵਿੱਚ ਕਿ ਅਲੋਕਾਰੀ ਜੀ ਗੱਲ ਸੀ। ਅਗਲੀ ਖਬਰ ਤੁਹਾਡੇ ਨਾਲ ਉਹ ਇੰਡੋਨੇਸ਼ੀਆ ਦੀ ਸਾਂਝੀ ਕਰਦੇ ਹਾਂ। ਇੰਡੋਨੇਸ਼ੀਆ ਦੇ ਵਿੱਚ ਬੀਤੀ 18 ਅਗਸਤ ਨੂੰ ਲਗਭਗ 6 ਵਜੇ ਦਾ ਸਮਾਂ ਸੀ। ਹਸਪਤਾਲ ਦੇ ਵਿੱਚ ਇੱਕ 12 ਵਰਿਆਂ ਦੀ ਬੱਚੀ ਬਾਲੜੀ, ਉਸ ਦੀ ਮੌਤ ਹੋ ਗਈ। ਹੁਣ ਤੁਹਾਨੂੰ ਪਤਾ ਕਿ ਫੁੱਲ ਭਰ ਦੀ ਮੌਤ ਹੋ ਜਾਵੇ, ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ। ਲਗਭਗ ਘੰਟੇ ਬਾਅਦ ਪਰਿਵਾਰ ਉਸ ਨੂੰ ਅੰਤਮ ਕਿਰਿਆਕਰਮ ਦੇ ਵਾਸਤੇ, ਰਸਮਾਂ ਦੇ ਵਾਸਤੇ ਘਰ ਲੈ ਆਇਆ। ਪਰਿਵਾਰ ਉਸ ਨੂੰ ਆਖਰੀ ਇਸ਼ਨਾਨ ਕਰਵਾ ਰਿਹਾ ਸੀ ਕਿ ਉਸ 12 ਵਰਿਆਂ ਦੀ ਬਾਲੜੀ ਦੀਆਂ ਇੱਕਦਮ ਅੱਖਾਂ ਚਿਰਾਗ ਵਾਂਗ ਖੁੱਲੀਆਂ। ਜਿਹੜੇ ਉਸ ਬਾਲੜੀ ਨੂੰ ਨਵਾ ਰਹੇ ਸੀ ਬੜੇ ਹੈਰਾਨ ਹੋਏ ਕਿ ਸੱਚੀ ਮੁੱਚੀ ਅੱਖਾਂ ਖੁੱਲ ਗਈਆਂ। ਧੜਕਣ ਦੇਖਿਆ ਤੇ ਨਬਜ਼ ਚੱਲਣ ਲੱਗ ਪਈ। ਇੱਕਦਮ ਠੰਡਾ ਠਾਰ ਸਰੀਰ ਦੁਬਾਰਾ ਗਰਮ ਹੋਣਾ ਸ਼ੁਰੂ ਹੋ ਗਿਆ ਤੇ ਹਰਕਤ ਕਰਨੀ, ਹੱਥ ਪੈਰ ਹਿਲਾਉਣੇ ਸ਼ੁਰੂ ਕਰ ਦਿੱਤੇ। ਪਰਿਵਾਰ ਦੇ ਵਿੱਚ ਖੁਸ਼ੀ ਆ ਗਈ ਕਿ ਚੰਗਾ ਹੋਇਆ, ਇੱਕ ਵਾਰੀ ਫਿਰ ਸਾਡੀ ਧੀ ਵਾਪਸ ਆ ਗਈ ਹੈ। ਉਸੇ ਹੀ ਵਕਤ ਉਸ ਪਰਿਵਾਰ ਨੇ ਜਿਹੜੇ ਹਸਪਤਾਲ ਦੇ ਵਿੱਚ ਉਸ ਨੂੰ ਮ੍ਰਿਤਕ ਐਲਾਨਿਆ ਗਿਆ ਸੀ, ਦੁਬਾਰਾ ਸੰਪਰਕ ਸਾਧਿਆ ਗਿਆ। ਹਸਪਤਾਲ ਵਾਲੇ ਡਾਕਟਰ ਫੌਰੀ ਦੇਣੇ ਆਏ ਕਿ ਇਸ ਨੂੰ ਆਕਸੀਜਨ ਲਾਈ ਜਾਵੇ। ਹਲੇ ਟੂਟੀਆਂ ਟਾਟੀਆਂ ਲਾ ਕੇ ਚੈੱਕ ਹੀ ਕਰ ਰਹੇ ਸੀ, ਆਕਸੀਜਨ ਲਾ ਹੀ ਰਹੇ ਸੀ। ਲਗਭਗ ਸਾਰਾ ਹੀ ਘਟਨਾਕ੍ਰਮ 1 ਘੰਟੇ ਦੇ ਵਿੱਚ ਵਾਪਰਿਆ ਕਿ ਘੰਟੇ ਤੋਂ ਬਾਅਦ ਉਸ ਦੀ ਦਿਲ ਦੀ ਧੜਕਣ ਫਿਰ ਬੰਦ ਹੋ ਗਈ, ਫਿਰ ਠੰਡੀ ਪੈ ਗਈ ਤੇ ਮੁੜ ਕੇ ਅੱਖ ਨਹੀਂ ਖੋਲੀ ਤੇ ਮੁੜ ਕੇ ਕੋਈ ਹਰਕਤ ਨਹੀਂ ਹੋਈ। ਫਿਰ ਡਾਕਟਰਾਂ ਨੂੰ ਪੁੱਛਿਆ ਗਿਆ ਕਿ ਹੋਇਆ ਕਿਵੇਂ। ਉਹ ਕਹਿੰਦੇ ਦੇਖੋ, ਕਈ ਵਾਰੀ ਇਹ ਸਾਡੇ ਵਾਸਤੇ ਵੀ ਨਵੀਂ ਗੱਲ ਹੈ, ਪਰ ਆਮ ਤੌਰ ਤੇ ਜਿਹੜੇ ਲੋਕ ਹਾਰਟ ਅਟੈਕ ਨਾਲ ਮਰਦੇ ਆ ਉਹਨਾਂ ਵਿੱਚੋਂ 82% ਲਗਭਗ ਉਹ ਲੋਕ ਹੁੰਦੇ ਆ ਜਿਨ੍ਹਾਂ ਦਾ ਦਿਲ ਧੜਕਣਾ ਪਹਿਲਾਂ ਬੰਦ ਕਰ ਦਿੰਦਾ ਹੈ ਤੇ ਕਈ ਵਾਰੀ ਉਹ ਗਰਮ ਵੀ ਰਹਿੰਦੇ ਤੇ ਨਬਜ਼ ਵੀ ਲਗਭਗ 10 ਮਿੰਟ ਤੱਕ ਚੱਲਦੀ ਰਹਿੰਦੀ ਹੈ। ਪਰ ਹੁਣ ਇਹ ਮਾਮਲਾ ਇੰਨੀ ਜਲਦੀ 10 ਮਿੰਟਾਂ ਵਾਲਾ ਨਹੀਂ। ਹਸਪਤਾਲ ਦੇ ਵਿੱਚ ਉਸ ਨੂੰ ਮ੍ਰਿਤਕ ਐਲਾਨਿਆ ਗਿਆ, ਘਰੇ ਲਿਆਂਦਾ ਗਿਆ, ਫਿਰ ਉਸ ਨੂੰ ਇਸ਼ਨਾਨ ਕਰਵਾਇਆ ਜਾ ਰਿਹਾ ਸੀ। ਪਰ ਉਸ ਵਕਤ ਜਦੋਂ ਦੁਬਾਰਾ ਠੰਡੀ ਪੈ ਗਈ, ਹਰਕਤ ਬੰਦ ਹੋ ਗਈ, ਧੜਕਣ ਬੰਦ ਹੋ ਗਈ,
ਪਰਿਵਾਰ ਦੀਆਂ ਸਾਰੀਆਂ ਧਰੀਆਂ ਧਰਾਈਆਂ ਆਸਾਂ ਇੱਕ ਵਾਰ ਫਿਰ ਚਕਨਾਚੂਰ ਹੋ ਗਈਆਂ। ਉਸ 12 ਵਰ੍ਹਿਆਂ ਦੀ ਬਾਲੜੀ ਨੂੰ ਇਸ਼ਨਾਨ ਕਰਵਾ ਕੇ ਆਖਰੀ ਦਰਸ਼ਨ ਕਰਨ ਤੋਂ ਬਾਅਦ ਦਫਨਾ ਦਿੱਤਾ ਗਿਆ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਚੰਗੀਆਂ ਲੱਗੀਆਂ ਨੇ ਤਾਂ ਇਹਨੂੰ ਸ਼ੇਅਰ ਵੀ ਕਰਿਓ, ਲਾਈਕ ਵੀ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਨ ਦੀ ਕੋਸ਼ਿਸ਼ ਵੀ ਕਰਿਓ। ਤੇ ਜੇਕਰ ਇਮੀਗ੍ਰੇਸ਼ਨ ਦੇ ਨਾਲ ਮੁਤੱਲਕ ਜਾਣਕਾਰੀ ਚਾਹੀਦੀ ਤੇ ਕੱਲ੍ਹ ਵਾਲਾ ਪ੍ਰੋਗਰਾਮ ਦੇਖਿਓ ਜ਼ਰੂਰ ਤੇ ਅੱਗੇ ਸ਼ੇਅਰ ਕਰ ਦਿਓ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।